ਉਹ ਅੰਮ੍ਰਿਤਸਰ ਵਿੱਚ 13 ਅਪ੍ਰੈਲ 1919 ਐਤਵਾਰ ਦੀ ਇੱਕ ਸਵੇਰ ਸੀ। ਪੰਜਾਬ ਦੀ ਧਰਤੀ ਤੇ ਆਉਣ ਵਾਲੇ ਸਭ ਤੋਂ ਖੂਬਸੂਰਤ ਦਿਨ ਦੀ ਸਵੇਰ, ਜਦ ਸਾਰਾ ਪੰਜਾਬ ਵਿਸਾਖੀ ਦੀਆਂ ਖੁਸ਼ੀਆਂ ਮਨਾ ਰਿਹਾ ਸੀ। ਪਤਾ ਨਹੀਂ ਕਿੰਨੇ ਸ਼ਰਧਾਲੂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਅਤੇ ਖਾਲਸਾ ਪੰਥ ਦਾ ਸਥਾਪਨਾ ਦਿਵਸ ਮਨਾਉਣ ਆਏ ਹੋਏ ਸਨ। ਠੀਕ ਉਸੇ ਦਿਨ ਕਾਂਗਰਸ ਦੇ ਨੇਤਾਵਾਂ ਨੇ ਜਲਿਆਂਵਾਲਾ ਬਾਗ ਵਿੱਚ ਸ਼ਾਮੀ 4:30 ਵਜੇ ਇੱਕ ਸਭਾ ਕਰਨ ਦਾ ਫੈਸਲਾ ਲਿਆ ਸੀ। ਉਹਨਾਂ ਦਾ ਇਰਾਦਾ ਡਾਕਟਰ ਸਤਿਆਪਾਲ ਅਤੇ ਡਾਕਟਰ ਕਿਚਲੂ ਦੀ ਰਿਹਾਈ ਅਤੇ ਕਾਲੇ ਕਾਨੂੰਨ ਦੀ ਵਾਪਸੀ ਦੀ ਮੰਗ ਕਰਨਾ ਸੀ। ਵਿਸਾਖੀ ਦੀਆਂ ਖੁਸ਼ੀਆਂ ਦੇ ਵਿਚਕਾਰ ਜਿਉਂ-ਜਿਉਂ ਦਿਨ ਅਗਾਂਹ ਵਧਿਆ, ਇੱਕ ਛੋਟਾ ਜਿਹਾ ਬੱਚਾ ਟੀਨ ਦਾ ਕਨਸਤਰ ਵਜਾਉਂਦਾ ਹੋਇਆ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਇਹ ਸੁਨੇਹਾ ਦਿੰਦੇ ਹੋਏ ਨਿਕਲਿਆ, ਜਿਉਂ ਹੀ ਇਸ ਬੱਚੇ ਦੀ ਮੁਨਾਦੀ ਨੂੰ ਵਿਸਾਖੀ ਮਨਾਉਂਦੇ ਹੋਏ ਲੋਕਾਂ ਨੇ ਸੁਣਿਆ ਤੇ ਸੋਚਿਆ ਕਿ ਜ਼ੁਲਮ ਦਾ ਵਿਰੋਧ ਕਰਨਾ ਤਾਂ कोई जुर्म नहीं है। वीर जी, बात पे आ रहे हो कि नहीं आ रहे हो? हाँ, सुना है सभा है कोई। आप चलो, हम मत्था टेक के आए बस। सुना है कोई कानून लगाया सरकार ने। हाँ, सुना तो मैंने भी वही। शाम को बाग में पता चल ही जाएगा। वैसे पर जाई जी, आप आ रहे हो ना? आहो, जस्सी को लेके पहुंच जाऊंगी 4:30 बजे। वैसे भी जलियांवाले बाग ਵਿੱਚ ਲੋਕ ਪਹਿਲਾਂ ਤੋਂ ਹੀ ਆਪਸ ਵਿੱਚ ਖੁਸ਼ੀਆਂ ਵੰਡ ਰਹੇ ਸਨ, ਆਰਾਮ ਕਰ ਰਹੇ ਸਨ, ਪਰ ਉਹਨਾਂ ਮਾਸੂਮ ਲੋਕਾਂ ਨੂੰ ਖਬਰ ਨਹੀਂ ਸੀ ਕਿ ਜਨਰਲ ਡਾਇਰ ਨੇ ਅੰਮ੍ਰਿਤਸਰ ਵਿੱਚ ਮਾਰਸ਼ਲ ਲਾਅ ਲਗਾ ਦਿੱਤਾ ਹੈ। ਪ੍ਰਭਾਤ ਫੇਰੀਆਂ ਕੱਢਣ ਅਤੇ ਜਲਸੇ ਕਰਨ ਤੇ ਰੋਕ ਲਗਾ ਦਿੱਤੀ ਹੈ, ਕਿਉਂਕਿ ਸਰਕਾਰ ਨੇ ਮਾਰਸ਼ਲ ਲਾਅ ਲਗਾਉਣ ਦਾ ਕੋਈ ਐਲਾਨ ਨਹੀਂ ਕਰਵਾਇਆ ਸੀ। ਤਕਰੀਬਨ ਦੁਪਹਿਰੇ 12:30 ਵਜੇ ਦੇ ਕਰੀਬ ਜਨਰਲ ਡਾਇਰ ਨੂੰ ਜਲਿਆਂਵਾਲਾ ਬਾਗ ਵਿੱਚ ਹੋਣ ਵਾਲੀ ਸਭਾ ਦੀ ਜਾਣਕਾਰੀ ਮਿਲੀ। साहब, सुना है कोई सभा होने वाली है। किधर? साहब, बाग में, जलियांवाला बाग में। कब? सुना तो था, यही 4-4:30 के करीब। ये जरूरत देखता हूँ सभा को। ਜਨਰਲ ਡਾਇਰ ਇਹ ਉਹੀ ਨਾਂ ਸੀ ਜੋ ਅੱਗੇ ਚੱਲ ਕੇ ਅੰਗਰੇਜ਼ ਹਕੂਮਤ ਦੇ ਜ਼ੁਲਮ ਸਿਤਮ ਦਾ ਸਭ ਤੋਂ ਕਾਲਾ ਅਧਿਆਇ ਭਰਨ ਵਾਲਾ ਸੀ। ਉਹ ਅੰਗਰੇਜ਼ ਹਕੂਮਤ ਜਿਸ ਨੇ ਭਾਰਤ ਵਿੱਚ ਇਨਸਾਨ ਦੇ ਹੱਕ ਵਿੱਚ ਉੱਠਣ ਵਾਲੀ ਹਰ ਆਵਾਜ਼ ਨੂੰ ਹਰ ਤਰ੍ਹਾਂ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਸੀ, ਫਿਰ ਚਾਹੇ ਉਹ ਆਵਾਜ਼ ਗਰਜ ਵਿੱਚੋਂ ਉੱਠੀ ਹੋਵੇ ਜਾਂ ਖਾਮੋਸ਼ੀ ਵਿੱਚੋਂ। 1770 ਵਿੱਚ ਸੰਨਿਆਸੀਆਂ ਤੇ ਫਕੀਰਾਂ ਨੇ ਸੰਘਰਸ਼ ਕੀਤਾ ਤੇ ਸੰਨ 1857 ਵਿੱਚ ਪੂਰੇ ਦੇਸ਼ ਨੇ ਇੱਕ ਹੋ ਕੇ ਅੰਗਰੇਜ਼ਾਂ ਦੇ ਖਿਲਾਫ ਪਹਿਲੇ ਸੁਤੰਤਰਤਾ ਸੰਗਰਾਮ ਦੀ ਹੁੰਕਾਰ ਭਰੀ। ਇਸ ਸੰਗਰਾਮ ਦੀ ਹੁੰਕਾਰ ਨੂੰ ਅੰਗਰੇਜ਼ਾਂ ਨੇ ਦਬਾ ਜ਼ਰੂਰ ਦਿੱਤਾ, ਪਰ ਹੁੰਕਾਰ ਜਦੋਂ ਤੱਕ ਜ਼ਿੰਦਾ ਹੈ ਉਹ ਮੂੰਹ ਤੇ ਰੱਖੀ ਹਥੇਲੀ ਵਿੱਚੋਂ ਵੀ ਫੁੱਟ ਕੇ ਨਿਕਲਦੀ ਰਹਿੰਦੀ ਹੈ। ਕਦੇ ਕ੍ਰਾਂਤੀਕਾਰੀਆਂ ਨੇ ਆਜ਼ਾਦੀ ਦਾ ਬੀੜਾ ਚੁੱਕਿਆ ਅਤੇ ਕਦੇ ਕਾਂਗਰਸ ਦੇ ਗਰਮ ਦਲ ਨੇ। ਇੱਕ ਪਾਸੇ ਗਦਰ ਪਾਰਟੀ ਨੇ ਵਿਦੇਸ਼ਾਂ ਵਿੱਚ ਆਜ਼ਾਦੀ ਦਾ ਸੰਗਰਾਮ ਛੇੜ ਦਿੱਤਾ ਸੀ, ਤਾਂ ਦੂਜੇ ਪਾਸੇ ਪੰਜਾਬ ਵਿੱਚ ਵੀ ਉਹ ਦੇਸ਼ ਦੀ ਆਜ਼ਾਦੀ ਲਈ ਤਿਆਰ ਸਨ। ਸੰਨ 1915 ਵਿੱਚ ਰਾਸ ਬਿਹਾਰੀ ਬੋਸ ਨੇ ਪੰਜਾਬ ਆ ਕੇ ਲਾਹੌਰ,
ਫਿਰੋਜ਼ਪੁਰ, ਅੰਮ੍ਰਿਤਸਰ, ਨਨਕਾਣਾ ਸਾਹਿਬ ਅਤੇ ਤਰਨਤਾਰਨ ਵਿੱਚ ਆਪਣੇ ਦੂਤਾਂ ਦੇ ਜ਼ਰੀਏ ਅੰਗਰੇਜ਼ੀ ਸੈਨਾ ਵਿੱਚ ਭਰਤੀ ਭਾਰਤੀ ਸੈਨਿਕਾਂ ਨਾਲ ਸ਼ਸਤਰ ਸਮੇਤ ਕ੍ਰਾਂਤੀ ਲਈ ਸੰਪਰਕ ਕੀਤਾ ਸੀ। ਪਰ ਕਿਸੇ ਤਰ੍ਹਾਂ ਇਹ ਯੋਜਨਾ ਅੰਗਰੇਜ਼ਾਂ ਨੂੰ ਪਤਾ ਲੱਗ ਗਈ ਅਤੇ ਕਈ ਕ੍ਰਾਂਤੀਕਾਰੀ ਗ੍ਰਿਫਤਾਰ ਕਰ ਲਏ ਗਏ। 16 ਨਵੰਬਰ 1915 ਵਾਲੇ ਦਿਨ 19 ਸਾਲਾ ਬਾਲਕ ਕਰਤਾਰ ਸਿੰਘ ਸਰਾਭਾ ਨੂੰ ਅੰਗਰੇਜ਼ਾਂ ਨੇ ਲਾਹੌਰ ਦੀ ਜੇਲ੍ਹ ਵਿੱਚ ਫਾਂਸੀ ਦੇ ਫੰਦੇ ਤੇ ਲਟਕਾ ਦਿੱਤਾ। ਸਨ 1918 ਵਿੱਚ ਸੈਨ ਫਰਾਂਸਿਸਕੋ ਵਿੱਚ ਗਦਰ ਪਾਰਟੀ ਦੇ ਮੈਂਬਰਾਂ ਤੇ ਮੁਕੱਦਮੇ ਚਲਾ ਕੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਇਹ ਪਹਿਲੇ ਵਿਸ਼ਵ ਯੁੱਧ ਦਾ ਸਮਾਂ ਸੀ ਅਤੇ ਅੰਗਰੇਜ਼ਾਂ ਨੇ ਆਪਣੇ ਹਿੱਤ ਦੇ ਇਸ ਯੁੱਧ ਵਿੱਚ ਭਾਰਤ ਨੂੰ ਵੀ ਝੋਕ ਦਿੱਤਾ ਸੀ। ਇਸ ਯੁੱਧ ਵਿੱਚ ਅੰਗਰੇਜ਼ਾਂ ਨੇ ਭਾਰਤ ਦੀ ਸੰਪत्ति, ਯੁੱਧ ਸਮੱਗਰੀ ਅਤੇ ਸੈਨਿਕਾਂ ਦਾ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਅਤੇ ਬਦਲੇ ਵਿੱਚ ਭਾਰਤ ਨੂੰ ਕੀ ਮਿਲਿਆ? ਇੱਕ ਕਾਲਾ ਕਾਨੂੰਨ, ਰੌਲਟ ਐਕਟ। ਆਮ ਹਿੰਦੁਸਤਾਨੀ ਦੀ ਜ਼ਬਾਨ ਵਿੱਚ ਇਸ ਐਕਟ ਨੂੰ ਨਾ ਵਕੀਲ, ਨਾ ਦਲੀਲ, ਨਾ ਅਪੀਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਸ ਐਕਟ ਦੇ ਪਾਸ ਹੋਣ ਮਗਰੋਂ ਪੁਲਿਸ ਚਾਹੇ ਜਿਸ ਦੀ ਵੀ ਤਲਾਸ਼ੀ ਲੈ ਸਕਦੀ ਸੀ। ਬਿਨਾਂ ਕਾਰਨ ਕਿਸੇ ਨੂੰ ਵੀ 2 ਸਾਲ ਦੀ ਸਜ਼ਾ ਦਿੱਤੀ ਜਾ ਸਕਦੀ ਸੀ। ਇਸ ਦੇ ਇਸਤੇਮਾਲ ਕਰਕੇ ਭਾਰਤੀ ਅਖਬਾਰਾਂ ਦੀ ਕਲਮ ਟੁੱਟ ਸਕਦੀ ਸੀ। ਫਿਰ ਭਾਰਤ ਨੇ ਇਸ ਕਾਲੇ ਕਾਨੂੰਨ ਦਾ ਜਵਾਬ ਦਿੱਤਾ ਸੱਤਿਆਗ੍ਰਹਿ ਦੇ ਨਾਲ। ਦੇਸ਼ ਭਰ ਵਿੱਚ ਇਸ ਦੇ ਵਿਰੋਧ ਵਿੱਚ ਸਭਾਵਾਂ ਅਤੇ ਅੰਦੋਲਨ ਹੋਣ ਲੱਗੇ। ਫਿਰ 30 ਮਾਰਚ 1919 ਵਾਲੇ ਦਿਨ ਦਿੱਲੀ ਵਿੱਚ 60 ਨਿਹੱਥੇ ਲੋਕਾਂ ਨੂੰ ਸਰਕਾਰੀ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਪੰਜਾਬ ਵਿੱਚ ਡਾਕਟਰ ਸਤਿਪਾਲ ਅਤੇ ਡਾਕਟਰ ਕਿਚਲੂ ਇਸੇ ਕਾਨੂੰਨ ਦੇ ਵਿਰੋਧ ਦੀ ਪ੍ਰਧਾਨਗੀ ਕਰ ਰਹੇ ਸਨ। ਉਦੋਂ ਅੰਗਰੇਜ਼ਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਪੰਜਾਬ ਦੀ ਜਨਤਾ ਨੇ ਇਸ ਗ੍ਰਿਫਤਾਰੀ ਦਾ ਵਿਰੋਧ ਕੀਤਾ ਅਤੇ ਉਹਨਾਂ ਦੀ ਰਿਹਾਈ ਲਈ ਕਈ ਅਰਜ਼ੀਆਂ ਦਿੱਤੀਆਂ, ਪਰ ਪੰਜਾਬ ਦੇ ਲੈਫਟੀਨੈਂਟ ਗਵਰਨਰ ਮਾਈਕਲ ਓਡਾਇਰ ਤੇ ਇਸ ਦਾ ਕੋਈ ਅਸਰ ਨਾ ਹੋਇਆ। ਉਸ ਦੇ ਇਰਾਦੇ ਤਾਂ ਕੁਝ ਹੋਰ ਹੀ ਸਨ। 9 ਅਪ੍ਰੈਲ 1919 ਰਾਮਨੌਮੀ ਵਾਲੇ ਤਿਉਹਾਰ ਤੇ ਅੰਮ੍ਰਿਤਸਰ ਵਿੱਚ ਸ਼ਾਂਤੀ ਬਣੀ ਰਹੀ। ਫਿਰ ਵੀ ਅੰਗਰੇਜ਼ਾਂ ਨੇ ਉਸ ਦਿਨ ਮਹਾਤਮਾ ਗਾਂਧੀ ਦੇ ਉੱਥੇ ਆਉਣ ਤੇ ਰੋਕ ਲਗਾ ਦਿੱਤੀ ਅਤੇ ਉਹਨਾਂ ਨੂੰ ਪਲ ਤੇ ਹੀ गिरफ्तार कर लिया। आप यहाँ से आगे नहीं जा सकते, आपको गिरफ्तार किया जाता है। You are under arrest। ਇਸ ਦੇ ਵਿਰੋਧ ਵਿੱਚ ਪੰਜਾਬ ਵਿੱਚ ਕਈ ਥਾਵਾਂ ਤੇ ਸਭਾਵਾਂ ਹੋਈਆਂ, ਪਰ ਲੋਕਾਂ ਨੂੰ ਇਹ ਪਤਾ ਨਹੀਂ ਸੀ ਕਿ ਉਹਨਾਂ ਦੇ ਇਸ ਅਹਿੰਸਾਤਮਕ ਪ੍ਰਤੀਰੋਧ ਦਾ ਜਵਾਬ ਅੰਗਰੇਜ਼ ਇੰਨੇ ਜ਼ੁਲਮ ਸਿਤਮ ਨਾਲ ਦੇਣਗੇ। ਮਾਈਕਲ ਓਡਾਇਰ ਨੇ ਜਨਰਲ ਡਾਇਰ ਨੂੰ ਸੈਨਾ ਦੀਆਂ ਟੁਕੜੀਆਂ ਸਮੇਤ ਜਲੰਧਰ ਤੋਂ ਬੁਲਵਾ ਲਿਆ। General, report here immediately with your troops। तुम्हारी यहाँ जरूरत है। इन हिंदुस्तानियों को काबू में लाना पड़ेगा। Yes, sir. I am coming. जद जलियांवाला बाग अंदर विसाखी मनाउण आए हजारों हिंदुस्तानी अपने नेता हंसराज ਨੂੰ सुन रहे सन। एक हवाई जहाज उन्हां दे उत्तों दी गुजरिया। दरअसल अंग्रेज हवाई जहाज राही बाग दा मुआयना कर रहे सन। ਇਹ ਦੇਖ ਕੇ ਉੱਥੇ ਦੇ ਲੋਕਾਂ ਵਿੱਚ ਬੇਚੈਨੀ ਵੱਧ ਗਈ। और शांति बनाए रखिए, शांति बनाए रखिए, डरने की कोई बात नहीं है। ਪਰ ਉਹਨਾਂ ਦੇ ਨੇਤਾ ਨੇ ਉਹਨਾਂ ਨੂੰ ਹੌਸਲਾ ਦਿੱਤਾ। ਇੰਨੀ ਦੇਰ ਨੂੰ ਦੂਰੋਂ ਗਲੀ ਵਿੱਚੋਂ ਕੁਝ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਕੁਝ ਬਖਤਰਬੰਦ ਗੱਡੀਆਂ ਗਲੀ ਦੇ ਪਾਰ ਆ ਕੇ ਰੁਕੀਆਂ। ਜਨਰਲ ਡਾਇਰ अपने 90 सैनिकों समेत बाग विच आ चुके हैं। अगर हमने हक आया या हिंसा की तो हम उनसे अलग कैसे हुए?
ਲੋਕਾਂ ਵਿੱਚ ਕੁਝ ਹਲਚਲ ਜਿਹੀ ਹੋਈ, ਪਰ ਹੰਸਰਾਜ ਨੇ ਉਹਨਾਂ ਨੂੰ ਫੇਰ ਹੌਸਲਾ ਦਿੱਤਾ। डरने की कोई बात नहीं है, हम शांति से बात करेंगे। ਸ਼ਾਂਤੀ ਨਾਲ ਗੱਲ ਕਰਦੇ ਲੋਕਾਂ ਨੂੰ ਕਿਸ ਕੋਲੋਂ ਖਤਰਾ ਹੋ ਸਕਦਾ ਸੀ। ਲੋਕੀ ਕੁਝ ਸੋਚਦੇ ਉਸ ਤੋਂ ਪਹਿਲਾਂ ਜਨਰਲ ਡਾਇਰ ਨੇ ਆਪਣੇ ਸਿਪਾਹੀਆਂ ਨੂੰ ਪੋਜੀਸ਼ਨ ਲੈਣ ਦਾ ਹੁਕਮ ਦਿੱਤਾ। ਲੋਕਾਂ ਵਿੱਚ ਖੌਫ ਵਧਦਾ ਜਾ ਰਿਹਾ ਸੀ। ਔਰਤਾਂ ਆਪਣੇ ਬੱਚਿਆਂ ਨੂੰ ਦੇਖ ਕੇ ਦਹਿਸ਼ਤ ਨਾਲ ਕੰਬ ਰਹੀਆਂ ਸਨ। ਆਦਮੀ ਆਪਣੇ ਪਰਿਵਾਰਾਂ ਨੂੰ ਆਪਣੀਆਂ ਬਾਹਾਂ ਵਿੱਚ ਸਮੇਟੇ ਚੀਖਾਂ ਦੇ ਸਮੁੰਦਰ ਵਿੱਚ ਡੁੱਬਦੇ ਜਾ ਰਹੇ ਸਨ। ਅਤੇ ਬੱਚਿਆਂ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਉਹਨਾਂ ਦੇ ਮਾਸੂਮ ਖਿੜੇ ਚਿਹਰੇ ਕੁਝ ਹੀ ਦੇਰ ਮਗਰੋਂ ਇੱਕ ਗਹਿਰੀ ਅਤੇ ਠੰਡੀ ਖਾਮੋਸ਼ੀ ਵਿੱਚ ਗੁਆਚਣ ਵਾਲੇ ਸੀ। ਨਾ ਕੋਈ ਚੇਤਾਵਨੀ, ਨਾ ਬਾਗ ਖਾਲੀ ਕਰਨ ਦਾ ਐਲਾਨ, ਨਾ ਸਭਾ ਬੰਦ ਕਰਨ ਦਾ ਹੁਕਮ, ਸਿੱਧੇ ਇੱਕੋ ਹੁਕਮ ਜਾਰੀ ਹੋਇਆ। ਗੋਲੀਆਂ ਬੰਦੂਕਾਂ ਦੀਆਂ ਨਲੀਆਂ ਚੋਂ ਵਗਣ ਲੱਗੀਆਂ। ਲੋਕੀ ਬੇਤਹਾਸ਼ਾ ਆਪਣੀਆਂ ਜਾਨਾਂ ਬਚਾਉਣ ਲਈ ਇੱਧਰ ਉੱਧਰ ਭੱਜ ਰਹੇ ਸਨ, ਪਰ ਨਾ ਅੰਗਰੇਜ਼ ਹਕੂਮਤ ਦੀਆਂ ਬੰਦੂਕਾਂ ਰੁਕੀਆਂ ਅਤੇ ਨਾ ਹੀ ਟਾਇਰ ਦੀਆਂ ਅੱਖਾਂ ਵਿੱਚ ਕੋਈ ਇਨਸਾਨੀਅਤ ਜਾਗੀ। ਜੋ ਗੋਲੀਆਂ ਉਹਨਾਂ ਬੇਗੁਨਾਹਾਂ ਦੇ ਜਿਸਮਾਂ ਨੂੰ ਚੀਰਦੀਆਂ ਦੀਵਾਰਾਂ ਵਿੱਚ ਖੁੱਭ ਗਈਆਂ ਸਨ, ਉਹ ਅੱਜ ਵੀ ਦੀਵਾਰਾਂ ਵਿੱਚ ਦਫਨ ਹਨ। ਗੋਲੀਆਂ ਚੱਲਦੀਆਂ ਰਹੀਆਂ। ਅੰਗਰੇਜ਼ਾਂ ਦੀਆਂ ਗੋਲੀਆਂ ਤੋਂ ਜਾਨਾਂ ਬਚਾਉਂਦੇ ਹੋਏ ਉਹਨਾਂ ਲੋਕਾਂ ਲਈ ਉਸ ਦਿਨ ਇੱਕੋ ਉਮੀਦ ਸੀ। ਬਾਗ ਵਿੱਚ ਮੌਜੂਦ ਖੂਹ। ਲੋਕੀ ਬਚਦੇ ਬਚਾਉਂਦੇ ਉਸ ਵਿੱਚ ਛਾਲ ਮਾਰਦੇ ਗਏ। ਹੌਲੀ ਹੌਲੀ ਉਹ ਖੂਹ ਜ਼ਿੰਦਾ ਤੇ ਮੁਰਦਿਆਂ ਨਾਲ ਭਰਦਾ ਚਲਾ ਗਿਆ। ਖੂਹ ਇਨਸਾਨ ਦੀ ਪਿਆਸ ਬੁਝਾਉਂਦਾ ਹੈ, ਪਰ ਉਸ ਦਿਨ ਉਸ ਖੂਹ ਨੇ ਸ਼ੈਤਾਨ ਦੀ ਪਿਆਸ ਬੁਝਾਈ ਸੀ। ਇਹ ਖੂਹ ਇਸ ਇਤਿਹਾਸਿਕ ਮੈਦਾਨ ਵਿੱਚ ਗੂੰਜਦਾ ਹੋਇਆ ਇੱਕ ਕਾਲਾ ਸਥਾਨ ਹੈ, ਜਿਸ ਵਿੱਚ ਅੱਜ ਵੀ ਉਹਨਾਂ ਬੇਗੁਨਾਹਾਂ ਦੀਆਂ ਚੀਖਾਂ ਗੂੰਜ ਰਹੀਆਂ ਹਨ। ਉਸ ਦਿਨ ਜਲਿਆਂਵਾਲਾ ਬਾਗ ਵਿੱਚ ਖੂਨੀ ਜਨਰਲ ਡਾਇਰ ਦੀਆਂ ਪਿਆਸੀਆਂ ਬੰਦੂਕਾਂ ਗੋਲੀਆਂ ਖਤਮ ਹੋਣ ਤੱਕ ਚੱਲਦੀਆਂ ਰਹੀਆਂ ਅਤੇ ਹਿੰਦੁਸਤਾਨੀ ਸ਼ਹੀਦ ਹੁੰਦੇ ਰਹੇ। ਉਸ ਨੂੰ ਤਾਂ ਇਹ ਅਫਸੋਸ ਹੋ ਰਿਹਾ ਸੀ ਕਿ ਗਲੀ ਭੀੜੀ ਹੋਣ ਕਾਰਨ ਉਹ ਆਪਣੀ ਮਸ਼ੀਨ ਗਨ ਉੱਥੇ ਤੱਕ ਨਹੀਂ ਲਿਜਾ ਸਕਿਆ ਸੀ। ਜਲਿਆਂਵਾਲਾ ਬਾਗ ਦੇ ਇਸ ਕਤਲੇਆਮ ਵਿੱਚ ਉਸ ਦਿਨ ਡਾਇਰ ਨੇ ਆਪਣੇ 90 ਸੈਨਿਕਾਂ ਨਾਲ 10 ਮਿੰਟ ਵਿੱਚ 1650 ਗੋਲੀਆਂ ਦਾਗੀਆਂ, ਜਿਸ ਨਾਲ 1000 ਤੋਂ ਜ਼ਿਆਦਾ ਭਾਰਤੀ ਸ਼ਹੀਦ ਹੋਏ ਅਤੇ 1500 ਤੋਂ ਜ਼ਿਆਦਾ ਜ਼ਖਮੀ। ਉਹਨਾਂ ਦਰਿੰਦਿਆਂ ਨੇ ਤਾਂ ਬੱਚਿਆਂ ਨੂੰ ਵੀ ਨਹੀਂ ਛੱਡਿਆ। ਉਸ ਦਿਨ 15 ਬੱਚਿਆਂ ਨੂੰ ਗੋਲੀਆਂ ਮਾਰੀਆਂ ਗਈਆਂ। ਉਹਨਾਂ ਬੱਚਿਆਂ ਵਿੱਚੋਂ ਇੱਕ ਬੱਚਾ ਐਸਾ ਵੀ ਸੀ ਜਿਸ ਦੀ ਉਮਰ ਕੋਈ 10 ਸਾਲ ਰਹੀ ਹੋਵੇਗੀ। ਉਸ ਮਰੇ ਹੋਏ ਬੱਚੇ ਦੀ ਲਾਸ਼ ਦੀ ਗੋਦੀ ਵਿੱਚ ਇੱਕ ਲਾਸ਼ ਹੋਰ ਵੀ ਸੀ, ਇੱਕ 3 ਸਾਲ ਦੇ ਬੱਚੇ ਦੀ ਲਾਸ਼। ਬਾਗ ਵਿੱਚ ਮੌਜੂਦ ਇੱਕ ਲਾਸ਼ ਦੇ ਕੋਲ ਇੱਕ ਔਰਤ ਬੈਠੀ ਸੀ। ਉਸ ਔਰਤ ਦਾ ਨਾਮ ਸੀ ਰਤਨ ਦੇਵੀ, ਜੋ ਆਪਣੇ ਪਤੀ ਦੀ ਲਾਸ਼ ਤੇ ਵਿਰਲਾਪ ਕਰ ਰਹੀ ਸੀ। ਅਤੇ ਇਸੇ ਤਰ੍ਹਾਂ ਪਤਾ ਨਹੀਂ ਕਿੰਨੇ ਕੁ ਜ਼ਖਮੀ ਲੋਕ
ਆਪਣਿਆਂ ਦੀਆਂ ਲਾਸ਼ਾਂ ਕੋਲ ਬੈਠੇ ਹੋਏ ਸਨ। कुत्तों को भगाने के लिए मैंने एक छड़ी खोज ली। वहां दर्द में छटपटाते 3 और लोगों को भी देखा। साथ ही करीब 12 साल के एक बच्चे को देखा जिसने कराहते हुए विनती की कि मैं वहां से ना जाऊं। मैंने पूछा कि क्या मैं उसे कुछ उड़ा दूं, लेकिन उसे तो केवल पानी चाहिए था। उस जगह मैं पानी कहां से लाती? अपनी अनुभूतियों को व्यक्त करना मेरे लिए असंभव है। वहां मृतकों के ढेर लगे पड़े थे। उनमें से बहुत से छोटे छोटे मासूम बच्चे भी थे। मैं वो दृश्य कभी नहीं भूल सकती। मृतकों के उस एकाकी जंगल में पूरी रात मैंने अकेले ही बिताई। हर घंटे घड़ी की आवाज सुनाई दे रही थी। सुबह 6 बजे मेरी गली से कुछ लोग चारपाई लाए और मैं अपने पति का शरीर घर ले जा सकी। उस रात मैंने जो अनुभव किया वो केवल मुझे और मेरे भगवान को ही पता है। ਉੱਥੇ ਮੌਜੂਦ ਮੁਰਦਿਆਂ ਦੀ ਅਤੇ ਉਹਨਾਂ ਦੇ ਵਿਰਲਾਪ ਕਰ ਰਹੇ ਉਹਨਾਂ ਦੇ ਘਰਦਿਆਂ ਦੀ ਖਬਰ ਲੈਣ ਵਾਲਾ ਕੋਈ ਨਹੀਂ ਸੀ। ਜ਼ਖਮੀਆਂ ਦਾ ਇਲਾਜ ਕਰਨ ਵਾਲਾ ਕੋਈ ਨਹੀਂ ਸੀ। ਉਹਨਾਂ ਨੂੰ ਪਾਣੀ ਤੱਕ ਪਿਲਾਉਣ ਵਾਲਾ ਕੋਈ ਨਹੀਂ ਸੀ। ਆਪ ਖੁਦ ਸੋਚੋ ਉਸ ਦਰਦਨਾਕ ਮਾਹੌਲ ਦੇ ਬਾਰੇ ਜਿਹੜਾ ਅਗਲੇ 24 ਘੰਟਿਆਂ ਤੱਕ ਉਸੇ ਤਰ੍ਹਾਂ ਹੀ ਰਿਹਾ। ਉਹ ਦਰਦ, ਉਹ ਖਾਮੋਸ਼ੀ ਜਿਹੜੀ ਉਸ ਦਿਨ ਜਲਿਆਂਵਾਲਾ ਬਾਗ ਵਿੱਚ ਪਸਰੀ, ਉਹ ਖਾਮੋਸ਼ੀ ਹਿੰਦੁਸਤਾਨ ਦੇ ਸੀਨੇ ਵਿੱਚ ਅੱਜ ਤੱਕ ਗੂੰਜ ਰਹੀ ਹੈ। ਉਸ ਵੇਲੇ ਮਾਰਸ਼ਲ ਲਾਅ ਦੇ ਕਾਲੇ ਬੱਦਲਾਂ ਨੇ ਪੰਜਾਬ ਨੂੰ ਘੇਰ ਰੱਖਿਆ ਸੀ। ਅੰਮ੍ਰਿਤਸਰ ਵਿੱਚ ਇੱਕ ਪਾਸੇ ਸ਼ਹੀਦਾਂ ਦੇ ਪਰਿਵਾਰ ਰੁਦਨ ਵਿੱਚ ਡੁੱਬੇ ਹੋਏ ਸਨ ਤੇ ਦੂਜੇ ਪਾਸੇ ਅੰਗਰੇਜ਼ ਕਹੇ ਲਗਾ ਸੀ। ਕਲੱਬਾਂ ਵਿੱਚ ਨੱਚ ਰਹੇ ਸਨ, ਜਸ਼ਨ ਮਨਾ ਰਹੇ ਸਨ। ਉਸ ਰੋਜ਼ ਮਾਰਸ਼ਲ ਲਾਅ ਦਾ ਇਸਤੇਮਾਲ ਕਰਕੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਸਲਾਖਾਂ ਦੇ ਪਿੱਛੇ ਡੱਕ ਕੇ ਤਸੀਹੇ ਦਿੱਤੇ ਜਾਂਦੇ ਰਹੇ। ਇਸ ਕਤਲੇਆਮ ਦਾ ਦੋਨਾਂ ਡਾਇਰਾਂ ਤੇ ਕੋਈ ਅਸਰ ਨਹੀਂ ਹੋਇਆ। ਕਈ ਦਿਨਾਂ ਤੱਕ ਦੋਵੇਂ ਅੰਮ੍ਰਿਤਸਰ ਦੇ ਲੋਕਾਂ ਉੱਤੇ ਜ਼ੁਲਮ ਕਰਕੇ ਉਹਨਾਂ ਨੂੰ ਦਬਾਉਂਦੇ ਰਹੇ। ਉਹਨਾਂ ਦਾ ਜ਼ੁਲਮ ਇਸ ਹੱਦ ਤੱਕ ਸੀ ਕਿ ਜੋ ਵੀ ਹਿੰਦੁਸਤਾਨੀ ਉਸ ਗਲੀ ਵਿੱਚੋਂ ਗੁਜ਼ਰਦਾ ਉਹਨੂੰ ਗੋਡਿਆਂ ਤੇ ਹੱਥਾਂ ਦੇ ਭਾਰ ਰੇਂਗਣ ਤੇ ਮਜਬੂਰ ਕੀਤਾ ਜਾਂਦਾ। ਸਾਰਾ ਪੰਜਾਬ ਇਸ ਅੰਗਰੇਜ਼ੀ ਆਤੰਕ ਦਾ ਸਾਹਮਣਾ ਕਰ ਰਿਹਾ ਸੀ। ਜਦ 14 ਅਪ੍ਰੈਲ ਨੂੰ ਅੰਮ੍ਰਿਤਸਰ ਤੋਂ 87 ਕਿਲੋਮੀਟਰ ਦੂਰ ਗੁਜਰਾਂਵਾਲਾ ਵਿੱਚ ਕੁਝ ਭਾਰਤੀ ਅੰਗਰੇਜ਼ਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ, ਉਹਨਾਂ ਉੱਤੇ ਹਵਾਈ ਜਹਾਜ਼ ਤੋਂ ਬੰਬ ਗਿਰਾਏ ਗਏ। ਪਤਾ ਨਹੀਂ ਕਿੰਨੇ ਮਾਰੇ ਗਏ। ਦੁਨੀਆ ਦੀ ਸਭਿਅਤਾ ਦਾ ਝੰਡਾ ਚੁੱਕਣ ਵਾਲੀ ਅੰਗਰੇਜ਼ ਹਕੂਮਤ ਦਾ ਅਸਲੀ ਚਿਹਰਾ ਇਹੀ ਸੀ। ਪੰਜਾਬ ਤੋਂ ਕੋਈ ਖਬਰ ਬਾਹਰ ਨਹੀਂ ਜਾ ਰਹੀ ਸੀ, ਪਰ ਹੰਕਾਰ ਅਜੇ ਤੱਕ ਜ਼ਿੰਦਾ ਰਹੀ। ਉਹ ਮੂੰਹ ਤੇ ਰੱਖੀ ਹਥੇਲੀ ਵਿੱਚੋਂ ਵੀ ਫੁੱਟ ਫੁੱਟ ਕੇ ਨਿਕਲਦੀ ਰਹੀ। ਹੌਲੀ ਹੌਲੀ ਇਸ ਕਤਲੇਆਮ ਦੀ ਖਬਰ ਪੂਰੇ ਦੇਸ਼ ਵਿੱਚ ਫੈਲ ਗਈ ਤਾਂ ਪੂਰਾ ਹਿੰਦੁਸਤਾਨ ਵਿਰੋਧ ਵਿੱਚ ਉੱਠ ਖੜਾ ਹੋਇਆ। ਰੌਲਟ ਐਕਟ ਦੇ ਖਿਲਾਫ ਦੇਸ਼ ਭਰ ਵਿੱਚ ਅੰਦੋਲਨ ਤੇਜ਼ ਹੋ ਗਿਆ। ਇੱਥੇ ਦੇਸ਼ ਵਿੱਚ ਪ੍ਰਦਰਸ਼ਨ ਅਤੇ ਧਰਨੇ ਹੋ ਰਹੇ ਸਨ ਤੇ ਉਧਰ ਅੰਗਰੇਜ਼ ਡਾਇਰ ਦਾ ਗੁਣਗਾਨ ਕਰ ਰਹੇ ਸਨ। ਉਹਨਾਂ ਦਾ ਖਿਆਲ ਸੀ ਕਿ ਇਹਨਾਂ ਗੋਲੀਆਂ ਦੀਆਂ ਆਵਾਜ਼ਾਂ ਵਿੱਚ ਭਾਰਤ ਦਾ ਰਾਸ਼ਟਰਵਾਦ ਅਤੇ ਸੁਤੰਤਰਤਾ ਸੰਗਰਾਮ ਦੱਬ ਜਾਵੇਗਾ। ਇੱਕ ਅੰਗਰੇਜ਼ ਕਵੀ
रुडयार्ड किपलिंग ने डायर ਨੂੰ ਸ਼ਾਬਾਸ਼ੀ ਹੀ ਨਹੀਂ ਦਿੱਤੀ ਬਲਕਿ ਉਸ ਲਈ ਇੱਕ ਰਾਹਤ ਕੋਸ਼ ਵੀ ਖੋਲ ਦਿੱਤਾ। ਅੰਗਰੇਜ਼ੀ ਅਖਬਾਰ ਡਾਇਰ ਨੂੰ ਸਾਮਰਾਜ ਦਾ ਬਹਾਦਰ ਰੱਖਿਅਕ ਦੱਸ ਰਹੇ ਸਨ। ਭਾਰਤੀਆਂ ਨੇ ਇਸ ਬੇਸ਼ਰਮੀ ਦਾ ਮੂੰਹ ਤੋੜ ਜਵਾਬ ਦਿੱਤਾ। ਇਸ ਕਤਲੇਆਮ ਦੇ ਖਿਲਾਫ ਆਪਣੀ ਆਵਾਜ਼ ਨੂੰ ਬੁਲੰਦ ਕਰਦਿਆਂ ਗੁਰੂਦੇਵ ਰਵਿੰਦਰਨਾਥ ਟੈਗੋਰ ਨੇ ਆਪਣੀ ਨਾਈਟਹੁੱਡ ਦੀ ਉਪਾਧੀ ਵਾਪਸ ਕਰ ਦਿੱਤੀ। महात्मा गांधी ने केसरी हिंद की पदवी वापस कर दी। बॉम्बे क्रॉनिकल के संपादक पीजी हॉर्नमैन ने अपनी नौकरी तो अस्तीफा दे दिता और देश के कवियों ने अपन कविताओं में अपना विरोध दर्ज किया। नहीं रंग आसमां का तुझको फूंक देंगे डायर तो है कहाँ का ये आह का दुआ है नहीं रंग आसमां का तुझको फूंक देंगे डायर तो है कहाँ का तू बेवफा है जालिम तू पुरजफा है जालिम बाकी न नाम रखा चलिया में भाग भाग अपनी अदा पे ना जा पकड़ के तूने डायर कर पाया इफल वो जग को जिक्र क्या है जमा का तू साना होगा कोई इन्हां तरानिਆਂ ਵਿੱਚ ਦੇਸ਼ ਦਾ ਦੁੱਖ ਸੀ, ਦੇਸ਼ ਭਗਤੀ ਸੀ ਅਤੇ ਇਹੀ ਅੰਗਰੇਜ਼ਾਂ ਨੂੰ ਇੱਕ ਚੇਤਾਵਨੀ ਸੀ ਕਿ ਤੁਸੀਂ ਕਦੋਂ ਤੱਕ ਜ਼ੁਲਮ ਕਰਦੇ ਰਹੋਗੇ। ਇਹ ਦੇਸ਼ ਸਾਡਾ ਹੈ ਅਤੇ ਅਸੀਂ ਇਸ ਨੂੰ ਆਜ਼ਾਦ ਕਰਾ ਕੇ ਹੀ ਰਹਾਂਗੇ। ਫਿਰ ਵੀ ਜਦੋਂ ਦੇਸ਼ ਭਰ ਵਿੱਚ ਹੋ ਰਹੇ ਵਿਰੋਧ ਨਹੀਂ ਰੁਕੇ ਤਾਂ ਉਹਨਾਂ ਤੋਂ ਬਚਣ ਲਈ ਅੰਗਰੇਜ਼ੀ ਹਕੂਮਤ ਨੇ ਹੰਟਰ ਕਮੇਟੀ ਬਣਾਈ। उस कमेटी की सच्चाई सामने लियाउण लई कांग्रेस ने मदन मोहन मालवीया की निगरानी हेठ अपनी इंक्वायरी कमेटी बनाई। पंजाब के लोगों नाल अपनी एकजुटता दिखाउण लई कांग्रेस ने अपना सालाना अधिवेशन भी अमृतसर विच कीता। इस अधिवेशन विच अंग्रेज़ां दे वहशीपणे की बहुत आलोचना की गई। इस घटना मगरों हिंदुस्तान विच राष्ट्रीय अंदोलन दियां विचारधारावां होर भी प्रबल हो गई। जलियांवाला बाग दे इस कतलेआम मगरों उत्थे होए जुल्मां नूं जदों अपने पिंड जाके एक बालक ने देखिया तां उस बालक विच देश प्रेम अते आजादी लई अलख जग गई। उसने उस बालक नूं भगत सिंह बना दिता। 13 अप्रैल 1919 विच होए इस कतलेआम का बदला 21 साल बाद पंजाब के बेटे शहीद आजम सरदार ऊधम सिंह की बंदूक ने लिया। वो गदर पार्टी की विचारधारा तो प्रभावित सी। लंदन के कॉक्सटन हॉल विच 13 मार्च 1940 वाले दिन चलियां वो 6 गोलियां माइकल ओडायर के जिस्म विच उतरियां। ओही माइकल ओडायर जिसने जनरल डायर नूं जलियांवाला बाग विच कतलेआम लई भेजिया सी। उस नूं गोली मारन मगरों ऊधम सिंह उथों भज्जिया नहीं। उसने बड़ी शांति नाल अपनी गिरफ्तारी दी। मैंने अपनी जिंदगी का मकसद पूरा कर लिया और रही बात माइकल ओडायर की तो वो इसी के लायक था। उसे मेरे हाथों मरना ही था। 21 साल से मुझे उसकी चलाई गोलियों की गूंज ने सोने नहीं दिया है और अब जाकर वो शांत हुई है। अब मेरे जीने या मरने से कोई फर्क नहीं पड़ता। अब मुझे मौत का कोई खौफ नहीं। अपने मुकदमे दौरान हिंदू मुस्लिम एकता की मिसाल कायम करते हुए उसने अपना नाम मोहम्मद सिंह आजाद दसिया। मेरे पे कत्ल का इल्जाम है, पता है मुझे अपने किए पर गर्व है क्योंकि मैंने वो अपने मुल्क की आजादी के लिए किया है। क्या ये अदालत मुझे बतलाएगी कि क्या जलियांवाला बाग में जनरल डायर की मनाई हुई वो खूनी बैसाखी कत्लेआम नहीं थी? अंग्रेजों ने उसको लंदन दी पेंटन विलेज जेल विच फांसी ते लटका दिता। आज भी ये देश
उस शहीद ਨੂੰ सलाम करता है। शहीद तेरी मौत ही तेरे वतन की जिंदगी, शहीद तेरी मौत ही तेरे वतन की जिंदगी, तेरे लहू से जाग उठेगी इस चमन की जिंदगी। खिलेंगे फूल उस जगह कि तू जहां शहीद हो, खिलेंगे फूल उस जगह कि तू जहां शहीद हो, शहीद तेरी मौत ही तेरे वतन की जिंदगी। ਇਹ ਜੋ ਇਤਿਹਾਸ ਆਪ ਸਾਰਿਆਂ ਨੇ ਸੁਣਿਆ, ਇਹ ਇਤਿਹਾਸ ਉਸ ਜ਼ੁਲਮ ਦਾ ਭਰਿਆ ਇਤਿਹਾਸ ਹੈ ਜਿਸ ਨੂੰ ਸਾਡੇ ਦੇਸ਼ ਵਾਸੀਆਂ ਨੇ ਝੱਲਿਆ ਸੀ। ਇਹ ਉਹ ਜਲਿਆਂਵਾਲਾ ਬਾਗ ਦਾ ਇਤਿਹਾਸ ਹੈ ਜੋ ਸਾਨੂੰ ਸਿਖਾਉਂਦਾ ਹੈ ਕਿ ਜ਼ਾਲਿਮ ਚਾਹੇ ਕਿੰਨਾ ਵੀ ਜ਼ੁਲਮੀ ਕਿਉਂ ਨਾ ਹੋਵੇ, ਉਹ ਇੱਕ ਦਿਨ ਝੁਕਦਾ ਜ਼ਰੂਰ ਹੈ। ਇਹ ਇਤਿਹਾਸ ਉਹਨਾਂ ਸ਼ਹੀਦਾਂ ਦਾ ਇਤਿਹਾਸ ਹੈ ਜਿਨ੍ਹਾਂ ਦੀ ਸ਼ਹਾਦਤ ਨੂੰ ਇਹ ਦੇਸ਼ ਅਤੇ ਇਸ ਦੇ ਲੋਕੀ, ਤੁਸੀਂ ਤੇ ਅਸੀਂ ਕਦੇ ਬੇਕਾਰ ਨਹੀਂ ਜਾਣ ਦੇਵਾਂਗੇ।